ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਕਲਾਸ 'ਚ। ਮੈਂ ਉਮੀਦ ਕਰਦੀ ਹਾਂ ਤੁਸੀਂ ਆਪਣੀ ਸਿਹਤ ਦਾ ਵਧੀਆ ਧਿਆਨ ਰੱਖ ਰਹੇ ਹੋਵੋਗੇ ਤੇ ਪੜ੍ਹਾਈ ਵੀ ਵਧੀਆ ਚੱਲ ਰਹੀ ਹੋਏਗੀ। ਆਪਾਂ ਸ਼ੁਰੂ ਕਰਨ ਜਾ ਰਹੇ ਹਾਂ 20ਵਾਂ ਪਾਠ ਚੌਥੀ ਜਮਾਤ ਪੰਜਾਬੀ ਪੁਸਤਕ ਦਾ ਜਿਹਦਾ ਨਾਮ ਹੈ ਮਿਹਨਤ ਦਾ ਮੁੱਲ। ਆਓ ਸ਼ੁਰੂ ਕਰੀਏ। ਈਸ਼ਵਰ ਚੰਦਰ ਵਿਦਿਆਸਾਗਰ ਸਾਡੇ ਦੇਸ਼ ਦੇ ਉੱਘੇ ਵਿਦਵਾਨ ਹੋਏ ਹਨ। ਇੱਕ ਵਾਰ ਈਸ਼ਵਰ ਚੰਦਰ ਵਿਦਿਆਸਾਗਰ ਬਾਜ਼ਾਰ ਵਿੱਚੋਂ ਲੰਘ ਰਹੇ ਸਨ। ਉਹ ਇੱਕ ਮੰਗਤੇ ਦੀ ਆਵਾਜ਼ ਸੁਣ ਕੇ ਰੁਕ ਗਏ। ਮੰਗਤਾ ਇੱਕ ਛੋਟੀ ਜਿਹੀ ਉਮਰ ਦਾ ਮੁੰਡਾ ਸੀ। ਉਹਨਾਂ ਨੇ ਮੁੰਡੇ ਵੱਲ ਗੌਰ ਨਾਲ ਤੱਕਿਆ। ਮੁੰਡੇ ਦੇ ਨੈਣ ਪ੍ਰਾਣ ਤਾਂ ਸਬੂਤੇ ਸਨ, ਪਰ ਸਰੀਰ ਦਾ ਬੜਾ ਕਮਜ਼ੋਰ ਸੀ। ਵਿਦਿਆਸਾਗਰ ਜੀ ਨੂੰ ਇਹ ਸਮਝਦਿਆਂ ਦੇਰ ਨਾ ਲੱਗੀ ਕਿ ਉਹ ਮੁੰਡਾ ਸੱਚਮੁੱਚ ਹੀ ਬਹੁਤ ਗਰੀਬ ਹੈ। ਉਹਨਾਂ ਨੂੰ ਆਪਣੇ ਵੱਲ ਵੇਖਦਿਆਂ ਤੱਕ ਕੇ ਮੁੰਡੇ ਨੇ ਤਰਲਾ ਭਰ ਕੇ ਆਖਿਆ, ਬਾਬੂ ਜੀ ਇੱਕ ਪੈਸਾ, ਮੈਂ 2 ਦਿਨਾਂ ਤੋਂ ਕੁਝ ਨਹੀਂ ਖਾਦਾ। ਤੇ ਹੁਣ ਗੱਲ ਕੀਤੀ ਗਈ ਹੈ ਈਸ਼ਵਰ ਚੰਦਰ ਵਿਦਿਆਸਾਗਰ ਦੀ, ਜੋ ਇੱਕ ਬਹੁਤ ਪੜ੍ਹੇ ਲਿਖੇ ਇਨਸਾਨ ਸਨ। ਤੇ ਇੱਕ ਵਾਰ ਉਹ ਬਾਜ਼ਾਰ ਵਿੱਚੋਂ ਲੰਘ ਰਹੇ ਸਨ। ਉੱਥੇ ਉਹਨਾਂ ਦਾ ਆਮਣਾ ਸਾਹਮਣਾ ਇੱਕ ਮੰਗਤੇ ਦੇ ਨਾਲ ਹੋਇਆ। ਉਹਨਾਂ ਨੇ ਉਸਦੀ ਆਵਾਜ਼ ਸੁਣੀ ਤੇ ਮੰਗਤਾ ਇੱਕ ਛੋਟੀ ਜਿਹੀ ਉਮਰ ਦਾ ਮੁੰਡਾ ਸੀ। ਉਹਦੇ ਵੱਲ ਦੇਖ ਕੇ ਉਹਨਾਂ ਨੂੰ ਸਮਝ ਆ ਗਿਆ, ਨੈਣ ਪ੍ਰਾਣ ਦੇਖ ਕੇ ਵੀ, ਸਰੀਰ ਦੇ ਅੰਗਾਂ ਨੂੰ ਦੇਖ ਕੇ ਵੀ ਉਹ ਵਿਚਾਰਾ ਸੱਚੀ ਬਹੁਤ ਹੀ ਗਰੀਬ ਹੈਗਾ ਤੇ ਉਹ ਇੱਥੇ ਸਭ ਤੋਂ ਪੈਸੇ ਮੰਗ ਰਿਹਾ ਹੈ। ਤੇ ਮੁੰਡੇ ਨੇ ਜਦ ਦੇਖਿਆ ਵੀ ਕੋਈ ਉਹਦੇ ਵੱਲ ਦੇਖ ਰਿਹਾ ਤੇ ਉਹਨੇ ਵੀ ਤਰਲਾ ਜਿਹਾ ਪਾ ਕੇ ਕਿਹਾ ਵੀ ਬਾਬੂ ਜੀ ਮੈਨੂੰ ਪੈਸੇ ਦੇ ਦਿਓ, ਮੈਂ 2 ਦਿਨਾਂ ਤੋਂ ਕੁਝ ਨਹੀਂ ਖਾਦਾ। ਅੱਗੇ ਚੱਲਦੇ ਹਾਂ। ਜੇ ਭਲਾ ਮੈਂ ਤੈਨੂੰ 2 ਆਨੇ ਦੇ ਦਿਆਂ ਤਾਂ ਉਹਨਾਂ ਦਾ ਕੀ ਕਰੇਗਾ? ਵਿਦਿਆਸਾਗਰ ਨੇ ਪੁੱਛਿਆ। ਮੁੰਡੇ ਦੀਆਂ ਅੱਖਾਂ ਵਿੱਚ ਚਮਕ ਆ ਗਈ। ਉਸਨੇ ਕਿਹਾ, ਬਹੁਤ ਮਿਹਰਬਾਨੀ ਹੋਏਗੀ ਬਾਬੂ ਜੀ, ਘਰ ਮੇਰੀ ਮਾਂ ਵੀ ਭੁੱਖੀ ਹੈ। ਅਸੀਂ 2 ਆਨਿਆਂ ਦੇ ਚੌਲ ਲੈ ਕੇ ਰਿੰਨ ਲਵਾਂਗੇ। ਤੇ ਬੱਚੇ ਨੇ ਜਵਾਬ ਦਿੱਤਾ ਵੀ ਮੇਰੀ ਮਾਂ ਵੀ ਬਹੁਤ ਭੁੱਖੀ ਹੈਗੀ ਹੈ ਬਾਬੂ ਜੀ, ਪੈਸੇ ਦੇ ਦਿਓ, ਅਸੀਂ ਚੌਲ ਲੈ ਕੇ ਉਹਨਾਂ ਨੂੰ ਬਣਾ ਲਾਂਗੇ। ਅੱਗੇ ਚੱਲਦੇ ਆ। ਜੇ ਭਲਾ ਮੈਂ ਤੈਨੂੰ 4 ਆਨੇ ਦੇ ਦਿਆਂ ਫੇਰ? ਵਿਦਿਆਸਾਗਰ ਜੀ ਨੇ ਪੁੱਛਿਆ। ਫੇਰ ਕੱਲ ਨੂੰ ਵੀ ਖਾਣ ਨੂੰ ਮਿਲ ਜਾਵੇਗਾ, ਮੁੰਡੇ ਨੇ ਕਿਹਾ। ਤੇ ਮੁੰਡੇ ਨੇ ਕਿਹਾ ਜੇ ਤੁਸੀਂ 4 ਆਨੇ ਦੇ ਦੇਵੋਗੇ ਫੇਰ ਅਸੀਂ ਕੱਲ ਵੀ ਭੁੱਖੇ ਨਹੀਂ ਮਰਾਂਗੇ, ਕੱਲ ਦੇ ਲਈ ਵੀ ਸਾਡੇ ਖਾਣ ਦਾ ਇੰਤਜ਼ਾਮ ਹੋ ਜਾਏਗਾ। ਜੇ 8 ਆਨੇ? ਵਿਦਿਆਸਾਗਰ ਜੀ ਨੇ ਅਜੇ ਗੱਲ ਪੂਰੀ ਵੀ ਨਹੀਂ ਸੀ ਕੀਤੀ ਕਿ ਮੁੰਡਾ ਕੁਝ ਚੁੱਪ ਜਿਹਾ ਹੋ ਗਿਆ। ਉਹ ਸ਼ਾਇਦ ਇਹ ਸੋਚਣ ਲੱਗ ਪਿਆ ਸੀ ਕਿ ਇਹ ਆਦਮੀ ਉਸ ਨਾਲ ਮਖੌਲ ਕਰ ਰਿਹਾ ਹੈ। 8 ਆਨੇ ਕਿੰਜ ਦੇਵੇਗਾ? ਉਸ ਨੂੰ ਤਾਂ 1 ਪੈਸਾ ਵੀ ਡਾਢੀ ਮੁਸ਼ਕਲ ਨਾਲ ਮਿਲਦਾ ਹੈ। ਉਸ ਦੇ ਚੁੱਪ ਹੋਣ ਉੱਤੇ ਵਿਦਿਆਸਾਗਰ ਜੀ ਵੀ ਸਮਝ ਗਏ ਕਿ ਭਿਖਾਰੀ ਮੁੰਡਾ ਇਸ ਵੇਲੇ ਕੀ ਸੋਚ ਰਿਹਾ ਹੈ। 1 ਮਿੰਟ ਲਈ ਚੁੱਪ ਰਹਿ ਕੇ ਬੋਲੇ, ਦੱਸ ਨਾ ਕੀ ਕਰੇਗਾ 8 ਆਨਿਆਂ ਦਾ? ਤਾਂ ਹੋਇਆ ਕਿ ਜਦ ਉਹਨਾਂ ਨੇ ਪੁੱਛਣਾ ਬੰਦ ਨਹੀਂ ਕੀਤਾ, ਅੱਗੇ ਗੱਲ ਕਰਦੇ ਰਹੇ ਵੀ ਜੇ ਮੈਂ 8 ਆਨੇ ਦੇ ਦੇਵਾਂ ਫੇਰ ਕੀ ਕਰੇਗਾ? ਤੇ ਮੁੰਡਾ ਇਹ ਸੁਣ ਕੇ ਕੁਝ ਚੁੱਪ ਜਿਹਾ ਹੋ ਗਿਆ ਵੀ ਇਹ ਆਦਮੀ ਮੈਨੂੰ 8 ਆਨੇ ਕਿਉਂ ਦੇਗਾ? ਮੈਨੂੰ ਤਾਂ 1 ਆਨਾ ਵੀ ਬਹੁਤ ਮੁਸ਼ਕਲ ਦੇ ਨਾਲ ਮਿਲਦਾ ਹੈ, ਲੋਕ ਦੇਣ ਨੂੰ ਤਿਆਰ ਨਹੀਂ ਹੁੰਦੇ। ਤੇ ਇਹ ਦੇਖ ਕੇ ਵਿਦਿਆਸਾਗਰ ਜੀ ਸਮਝ ਗਏ ਵੀ ਬੱਚਾ ਵੀ ਸੋਚੀ ਪੈ ਗਿਆ ਤੇ ਉਹ ਕੀ ਸੋਚ ਰਿਹਾ ਹੈ। ਉਸ ਤੋਂ ਬਾਅਦ ਉਹਨਾਂ ਨੇ ਅੱਗੇ ਉਹਨੂੰ ਫੇਰ ਪੁੱਛਿਆ ਵੀ ਦੱਸ ਨਾ ਤੂੰ ਕੀ ਕਰੇਗਾ 8 ਆਨਿਆਂ ਦਾ? ਮੁੰਡਾ ਜਰਾ ਖਿਝ ਗਿਆ, ਕਹਿਣ ਲੱਗਾ, ਬਾਬੂ ਜੀ ਕਿਉਂ ਮਖੌਲ ਕਰਦੇ ਹੋ? ਜੇ ਮੈਨੂੰ ਗਰੀਬ ਨੂੰ ਕੁਝ ਦੇਣਾ ਨਹੀਂ ਤਾਂ ਮੇਰੀ ਗਰੀਬੀ ਦਾ ਮਖੌਲ ਤਾਂ ਨਾ ਉਡਾਓ। ਤੇ ਬੱਚਾ ਕਹਿੰਦਾ ਵੀ ਬਾਬੂ ਜੀ ਕਿਉਂ ਮਖੌਲ ਕਰਦੇ ਹੋ? 8 ਆਨੇ ਤੁਸੀਂ ਕਿੱਥੋਂ ਦੇ ਦੇਵੋਗੇ ਤੇ ਕਿਉਂ ਦਵੋਗੇ? ਜੇ ਤੁਸੀਂ ਕੁਝ ਨਹੀਂ ਦੇਣਾ ਘੱਟ ਤੋਂ ਘੱਟ ਮੇਰੀ ਗਰੀਬੀ ਦਾ ਮਖੌਲ ਤਾਂ ਨਾ ਉਡਾਓ। ਵਿਦਿਆਸਾਗਰ ਜੀ ਨੇ ਉਸ ਮੁੰਡੇ ਬਾਰੇ ਜੋ ਸੋਚਿਆ ਸੀ ਉਹ ਠੀਕ ਨਿਕਲਿਆ। ਉਹਨਾਂ ਬੜੇ ਠਰਮੇ ਨਾਲ ਕਿਹਾ, ਠਰਮੇ ਤੋਂ ਭਾਵ ਹੈਗਾ ਬਹੁਤ ਹੀ ਧੀਰਜ ਦੇ ਨਾਲ ਕਿਹਾ, ਮੈਂ ਤੈਨੂੰ ਮਖੌਲ ਨਹੀਂ ਕਰਦਾ ਪੁੱਤਰ, ਮੈਂ ਸੱਚਮੁੱਚ ਤੈਨੂੰ 8 ਆਨੇ ਨਹੀਂ ਸਗੋਂ 1 ਰੁਪਇਆ ਦਿਆਂਗਾ। ਮੈਂ ਤੈਨੂੰ ਪੁੱਛਣਾ ਚਾਹੁੰਦਾ ਹਾਂ ਕਿ ਤੂੰ ਉਸ ਰੁਪਏ ਦਾ ਕੀ ਕਰੇਗਾ? ਤੇ ਈਸ਼ਵਰ ਚੰਦਰ ਵਿਦਿਆਸਾਗਰ ਨੇ ਕਿਹਾ ਵੀ ਪੁੱਤ ਮੈਂ ਮਖੌਲ ਨਹੀਂ ਕਰਦਾ, ਮੈਂ ਤੈਨੂੰ ਸੱਚੀ 1 ਰੁਪਇਆ ਦੇ ਦਾਂਗਾ, ਤੂੰ 8 ਆਨੇ ਛੱਡ।
ਤੂੰ ਮੈਨੂੰ ਬਸ ਇੰਨਾ ਦੱਸ, ਤੂੰ 1 ਰੁਪਏ ਦਾ ਕੀ ਕਰੇਗਾ ਉਸ ਤੋਂ ਬਾਅਦ? ਉਸ ਰੁਪਏ ਦਾ ਮੁੰਡੇ ਨੇ ਕੁਝ ਝਿਜਕਦਿਆਂ ਕਿਹਾ। ਉਸ ਰੁਪਏ ਦਾ ਝਿਜਕਦਿਆਂ ਤੋਂ ਭਾਵ ਹੈਗਾ ਹਿਚਕਿਚਾਉਂਦਿਆਂ ਕਿਹਾ, ਉਸ ਵਿੱਚੋਂ 8 ਆਨੇ ਮੈਂ ਆਪਣੀ ਮਾਂ ਨੂੰ ਦਿਆਂਗਾ, ਉਹ ਇਹਨਾਂ ਦੇ ਚੌਲ ਲੈ ਆਵੇਗੀ, ਉਹਨਾਂ ਚੌਲਾਂ ਨਾਲ ਸਾਡੇ 4 ਦਿਨ ਨਿਕਲ ਜਾਣਗੇ, ਬਾਕੀ 8 ਆਨਿਆਂ ਦੀ ਮੂੰਗਫਲੀ ਲੈ ਕੇ ਮੈਂ ਛਾਬੜੀ ਲਾ ਲਵਾਂਗਾ, ਉਸ ਵਿੱਚੋਂ ਜੋ ਮੁਨਾਫਾ ਹੋਵੇਗਾ ਉਸ ਦੀ ਹੋਰ ਮੂੰਗਫਲੀ ਲੈ ਕੇ ਵੇਚਾਂਗਾ, ਇੰਜ ਸਾਡਾ ਗੁਜ਼ਾਰਾ ਚੱਲਣ ਲੱਗ ਜਾਏਗਾ। ਤੇ ਬੱਚਾ ਕਹਿੰਦਾ ਹੈ ਵੀ ਹਿਚਕਿਚਾਉਂਦਿਆਂ ਹੋਇਆ, ਸੋਚਦਿਆਂ ਹੋਇਆ ਵੀ ਜੇ ਤੁਸੀਂ ਮੈਨੂੰ 1 ਰੁਪਏ ਦੋਗੇ, ਉਹਨਾਂ ਵਿੱਚੋਂ 8 ਆਨੇ ਮੈਂ ਆਪਣੀ ਮਾਂ ਨੂੰ ਦੇ ਦੇਵਾਂਗਾ, ਉਹ ਚੌਲ ਲੈ ਆਵੇਗੀ ਤੇ ਸਾਡੇ 2 ਦਿਨ ਨਿਕਲ ਜਾਣਗੇ, ਬਾਕੀ 8 ਆਨੇ ਦੀ ਮੈਂ ਇੱਕ ਦੁਕਾਨ ਲਾ ਲਾਂਗਾ ਜਿਹਦੇ ਵਿੱਚ ਮੈਂ ਮੂੰਗਫਲੀ ਵੇਚਾਂਗਾ, ਤੇ ਜਦ ਉਸ ਤੋਂ ਮੁਨਾਫਾ ਹੋਏਗਾ ਤੇ ਮੈਂ ਹੋਰ ਮੂੰਗਫਲੀ ਲੈ ਲਵਾਂਗਾ ਉਸਦੀ ਤੇ ਉਹਨੂੰ ਵੇਚਾਂਗਾ, ਇੰਜ ਸਾਡਾ ਗੁਜ਼ਾਰਾ ਚੱਲਣ ਲੱਗ ਜਾਵੇਗਾ। ਈਸ਼ਵਰ ਚੰਦਰ ਵਿਦਿਆਸਾਗਰ ਜੀ ਉਸ ਮੁੰਡੇ ਦਾ ਉੱਤਰ ਸੁਣ ਕੇ ਬਹੁਤ ਖੁਸ਼ ਹੋਏ। ਉਹਨਾਂ ਆਪਣੀ ਜੇਬ ਵਿੱਚੋਂ 1 ਰੁਪਇਆ ਕੱਢ ਕੇ ਉਸ ਮੁੰਡੇ ਦੇ ਹੱਥ ਫੜਾਇਆ ਤੇ ਉਸ ਦਾ ਮੋਢਾ ਥਾਪੜਦਿਆਂ ਕਿਹਾ, ਮੇਰੇ ਚੰਗੇ ਪੁੱਤਰ, ਇਵੇਂ ਹੀ ਕਰੀ ਜਿਵੇਂ ਤੂੰ ਕਿਹਾ ਹੈ। ਇਹ ਕਹਿ ਕੇ ਉਹ ਅਗਾਂਹ ਚਲੇ ਗਏ ਤੇ ਈਸ਼ਵਰ ਚੰਦਰ ਵਿਦਿਆਸਾਗਰ ਨੇ ਉਹਨੂੰ 1 ਰੁਪਇਆ ਫੜਾਇਆ ਤੇ ਉਹਨੂੰ ਕਿਹਾ ਵੀ ਪੁੱਤ, ਹੁਣ ਤੂੰ ਜਿਵੇਂ ਕਿਹਾ ਹੈ ਉਵੇਂ ਹੀ ਕਰੀ, ਤੇ ਇਹ ਕਹਿ ਕੇ ਉਹ ਅਗਾਂਹ ਮਤਲਬ ਅੱਗੇ ਨੂੰ ਚਲੇ ਗਏ। ਇਸ ਤੋਂ ਕੋਈ 10 ਵਰੇ ਬਾਅਦ ਵਿਦਿਆਸਾਗਰ ਜੀ ਉਸੇ ਸ਼ਹਿਰ ਵਿੱਚੋਂ ਲੰਘ ਰਹੇ ਸਨ। ਉਹਨਾਂ ਨੂੰ ਇੱਕ ਨੌਜਵਾਨ ਨੇ ਆ ਕੇ ਪੈਰੀ ਹੱਥ ਲਾਏ। ਉਸ ਨੌਜਵਾਨ ਨੇ ਚੰਗੇ ਕੱਪੜੇ ਪਾਏ ਹੋਏ ਸਨ। ਵਿਦਿਆਸਾਗਰ ਜੀ ਉਸ ਨੂੰ ਪਛਾਣ ਨਾ ਸਕੇ। ਮੱਥਾ ਟੇਕਣ ਪਿੱਛੋਂ ਉਸ ਮੁੰਡੇ ਨੇ ਉਹਨਾਂ ਨੂੰ ਹੱਥ ਜੋੜਦਿਆਂ ਕਿਹਾ, ਬਾਬੂ ਜੀ, ਮਿਹਰਬਾਨੀ ਕਰਕੇ ਜਰਾ 1 ਮਿੰਟ ਲਈ ਮੇਰੇ ਨਾਲ ਆਓ। ਉਹ ਇਹ ਕਹਿ ਕੇ ਸਾਹਮਣੀ ਦੁਕਾਨ ਵੱਲ ਵਧਿਆ। ਵਿਦਿਆਸਾਗਰ ਜੀ ਵੀ ਉਸਦੇ ਪਿੱਛੇ ਪਿੱਛੇ ਤੁਰ ਪਏ। ਇਸ ਘਟਨਾ ਦੇ 10 ਵਰੇ ਤੋਂ ਭਾਵ ਹੈਗਾ 10 ਸਾਲ ਬਾਅਦ ਵਿਦਿਆਸਾਗਰ ਜੀ ਇੱਕ ਵਾਰ ਉਸੇ ਸ਼ਹਿਰ ਤੋਂ ਲੰਘ ਰਹੇ ਸਨ ਤੇ ਉਹਨਾਂ ਦੇ ਪੈਰੀ ਹੱਥ ਆ ਕੇ ਇੱਕ ਨੌਜਵਾਨ ਨੇ ਲਾਏ ਤੇ ਉਹਨੇ ਵਧੀਆ ਕੱਪੜੇ ਪਾਏ ਹੋਏ ਸੀ ਤੇ ਵਿਦਿਆਸਾਗਰ ਜੀ ਉਹਨੂੰ ਪਛਾਣ ਨਾ ਸਕੇ ਤੇ ਉਸ ਨੌਜਵਾਨ ਨੇ ਉਹਨਾਂ ਨੂੰ ਪ੍ਰਣਾਮ ਕਰਕੇ ਪੈਰੀ ਹੱਥ ਲਾ ਕੇ ਕਿਹਾ ਵੀ ਬਾਬੂ ਜੀ ਜਰਾ 1 ਮਿੰਟ ਦੇ ਲਈ ਮੇਰੇ ਨਾਲ ਆਓ, ਤੇ ਉਹ ਆਪਣੀ ਦੁਕਾਨ ਵੱਲ ਉਹਨਾਂ ਨੂੰ ਲੈ ਗਿਆ ਤੇ ਵਿਦਿਆਸਾਗਰ ਜੀ ਵੀ ਉਸਦੇ ਪਿੱਛੇ ਪਿੱਛੇ ਤੁਰ ਪਏ। ਦੁਕਾਨ ਅੰਦਰ ਜਾ ਕੇ ਉਸ ਨੌਜਵਾਨ ਨੇ ਉਹਨਾਂ ਨੂੰ ਬੜੇ ਸਤਿਕਾਰ ਨਾਲ ਬਿਠਾਉਂਦਿਆਂ ਕਿਹਾ, ਬਾਬੂ ਜੀ, ਪਛਾਣਿਆ ਨਹੀਂ ਮੈਨੂੰ? ਮੈਂ ਉਹੀ ਭਿਖਾਰੀ ਮੁੰਡਾ ਹਾਂ ਜਿਸ ਨੂੰ ਅੱਜ ਤੋਂ ਬਹੁਤ ਸਾਲ ਪਹਿਲਾਂ ਤੁਸੀਂ 1 ਰੁਪਇਆ ਦਿੱਤਾ ਸੀ। ਹੁਣ ਇਹ ਦੁਕਾਨ ਮੇਰੀ ਹੈ। ਵਿਦਿਆਸਾਗਰ ਜੀ ਸਾਰੀ ਗੱਲ ਸਮਝ ਗਏ। ਇਸ ਵੇਲੇ ਉਹਨਾਂ ਦੇ ਚਿਹਰੇ ਤੇ ਅਕਹਿ ਖੁਸ਼ੀ ਸੀ। ਅਕਹਿ ਤੋਂ ਭਾਵ ਹੈ ਜਿਸ ਨੂੰ ਬਿਆਨ ਨਾ ਕੀਤਾ ਜਾ ਸਕੇ। ਤੇ ਉਹ ਦੁਕਾਨ ਵਿੱਚ ਲੈ ਗਿਆ ਵਿਦਿਆਸਾਗਰ ਜੀ ਨੂੰ, ਉਹਨਾਂ ਨੂੰ ਬੜੇ ਸਤਿਕਾਰ ਤੇ ਇੱਜ਼ਤ ਦੇ ਨਾਲ ਬਿਠਾਇਆ ਤੇ ਕਹਿੰਦਾ ਵੀ ਤੁਸੀਂ ਮੈਨੂੰ ਪਛਾਣਿਆ ਨਹੀਂ? ਮੈਂ ਉਹੀ ਭਿਖਾਰੀ ਹਾਂ ਜਿਹਨੂੰ ਅੱਜ ਤੋਂ 10 ਸਾਲ ਪਹਿਲਾਂ ਤੁਸੀਂ 1 ਰੁਪਏ ਦਿੱਤੇ ਸੀ ਤੇ ਇਹ ਹੁਣ ਮੇਰੀ ਦੁਕਾਨ ਹੈ। ਵਿਦਿਆਸਾਗਰ ਜੀ ਸਾਰੀ ਗੱਲ ਸਮਝ ਗਏ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਜੋ ਉਹਨਾਂ ਦੇ ਚਿਹਰੇ ਤੇ ਝਲਕ ਰਹੀ ਸੀ। ਚਾਹ ਪਾਣੀ ਪੀਉਣ ਪਿੱਛੋਂ ਉਸ ਨੌਜਵਾਨ ਨੇ ਉਹਨਾਂ ਨੂੰ 1000 ਰੁਪਇਆ ਭੇਟ ਕਰਨਾ ਚਾਹਿਆ। ਵਿਦਿਆਸਾਗਰ ਜੀ ਨੇ ਇਹ ਰੁਪਏ ਇਹ ਕਹਿ ਕੇ ਵਾਪਸ ਕਰ ਦਿੱਤੇ, ਮੇਰੇ ਚੰਗੇ ਪੁੱਤਰ, ਇਹ ਰੁਪਏ ਤੂੰ ਆਪਣੇ ਕੋਲ ਰੱਖ। ਜਦੋਂ ਕੋਈ ਲੋੜਵੰਦ ਇਨਸਾਨ ਮਿਲੇ ਤਾਂ ਉਸ ਦੀ ਸਹਾਇਤਾ ਕਰਨੀ। ਮੈਂ ਬਹੁਤ ਖੁਸ਼ ਹਾਂ ਕਿ ਤੂੰ ਉਦੋਂ ਮੈਨੂੰ ਜੋ ਵਚਨ ਦਿੱਤਾ ਸੀ ਉਹ ਨਿਭਾਇਆ ਹੈ। ਇਹ ਦੁਕਾਨ, ਇਹ ਰੁਪਏ ਤੇਰੀ ਆਪਣੀ ਮਿਹਨਤ ਦਾ ਮੁੱਲ ਹੈ। ਤੇ ਚਾਹ ਪਾਣੀ ਪੀਣ ਪਿੱਛੋਂ ਉਸ ਨੌਜਵਾਨ ਨੇ ਜਦੋਂ ਉਹਨਾਂ ਨੂੰ 1000 ਰੁਪਏ ਭੇਂਟ ਕਰਨੇ ਚਾਹੇ, ਤੋਹਫੇ ਵਿੱਚ ਦੇਣੇ ਚਾਹੇ ਇੱਜ਼ਤ ਮਾਨ ਵਜੋਂ, ਈਸ਼ਵਰ ਚੰਦਰ ਵਿਦਿਆਸਾਗਰ ਜੀ ਨੇ ਉਹ ਰੁਪਏ ਲੈਣ ਤੋਂ ਮਨਾ ਕਰਤਾ ਤੇ ਉਹਨੂੰ ਇਹ ਕਿਹਾ ਵੀ ਜਦੋਂ ਤੈਨੂੰ ਕੋਈ ਲੋੜਵੰਦ ਇਨਸਾਨ ਮਿਲੇ ਤਾਂ ਉਸ ਦੀ ਸਹਾਇਤਾ ਕਰੀ। ਮੈਂ ਬਹੁਤ ਖੁਸ਼ ਹਾਂ ਕਿ ਤੂੰ ਜੋ ਮੈਨੂੰ ਵਚਨ ਦਿੱਤਾ ਸੀ ਉਹ ਪੂਰਾ ਕੀਤਾ ਹੈ। ਨਿਭਾਇਆ ਦਾ ਮਤਲਬ ਪੂਰਾ ਕੀਤਾ। ਤੇ ਇਹ ਦੁਕਾਨ, ਇਹ ਰੁਪਏ ਸਭ ਤੇਰੀ ਮਿਹਨਤ ਦਾ ਹੀ ਮੁੱਲ ਹੈ, ਨਤੀਜਾ ਹੈ। ਸੱਚਮੁੱਚ ਇਹੋ ਜਿਹੇ ਨੇਕ ਦਿਲ, ਸਾਦਾ ਅਤੇ
ਵਿਦਵਾਨ ਇਨਸਾਨਾਂ ਕਰਕੇ ਹੀ ਭਾਰਤ ਦਾ ਨਾਂ ਸਾਰੀ ਦੁਨੀਆ ਵਿੱਚ ਸਦਾ ਸਦਾ ਲਈ ਰੋਸ਼ਨ ਰਹੇਗਾ। ਤੇ ਇੱਥੇ ਦੱਸਿਆ ਗਿਆ ਵੀ ਇਹਨਾਂ ਜਿਹੇ ਮਹਾਨ ਸ਼ਖਸੀਅਤਾਂ ਕਰਕੇ ਹੀ ਹਮੇਸ਼ਾ ਲਈ ਭਾਰਤ ਦਾ ਜਿਹੜਾ ਨਾਂ ਹੈ ਪੂਰੀ ਦੁਨੀਆ ਦੇ ਵਿੱਚ ਹਮੇਸ਼ਾ ਰੋਸ਼ਨ ਰਹੇਗਾ। ਅੱਗੇ ਚੱਲਦੇ ਹਾਂ ਪਾਠ ਅਭਿਆਸ। ਪਹਿਲਾ, ਪੜ੍ਹੋ ਅਤੇ ਸਮਝੋ। ਵਿਦਵਾਨ ਜਿਹਦਾ ਮਤਲਬ ਹੈ ਜਿਸਨੇ ਵਿਦਿਆ ਪੜ੍ਹੀ ਹੋਵੇ। ਮਖੌਲ मजाक या हासा। ठरमा धीरज या टिका। मुनाफा लाभ फायदा होना। अगां अगे। सत्कार इज्जत या फिर आदर। अकह जो कहा ना जा सके। सहायता मदद। दूजा प्रश्न, ठीक शब्द चुन के खाली थावां भरो। इत्थे शब्द दिते हुए ने खुशी, सहायता, कमजोर, चमक, गरीबी। इन्हां शब्दां नूं इत्थे खाली थावां विच भरांगे। ऊड़ा, मुंडे दे नैन प्राण तां सबूते सन पर शरीर दा बड़ा कमजोर सी। ऐड़ा, मुंडे दियां अखां विच डैश आ गई। चमक। ईड़ी, जे मैनू गरीब नू कुछ देना नहीं तां मेरी डैश दा मखौल तां ना उड़ाओ। गरीबी। सस्सा, विद्यासागर जी दे चेहरे ते अकै डैश सी खुशी। हाहा, जदों कोई लोड़वंद इंसान मिले तां उसदी सहायता करनी। तीजा प्रश्न है, हेठ लिखे प्रश्नां दे उत्तर लिखो। ऊड़ा हैगा ईश्वर चंद्र विद्यासागर कौन सन? ईश्वर चंद्र विद्यासागर साडे देश दे उगे विद्वान सन। ऐड़ा, ईश्वर चंद्र विद्यासागर जी ने भिखारी मुंडे नू किन्ने रुपए देण दा वादा किता? ईश्वर चंद्र विद्यासागर जी ने भिखारी मुंडे नू 1 रुपया देण दा वादा किया। ईड़ी, भिखारी मुंडे ने उस रुपये नू किंज खर्चण बारे दसिया। उसने दसिया कि 8 आने ओह अपनी मां नू देवेगा ते बाकी 8 आनियां दी ओह मूंगफली दी छाबड़ी लावेगा। सस्सा, दुकान अंदर जाके नौजवान ने विद्यासागर जी नू की कहा?
ਨੌਜਵਾਨ ਨੇ ਦੱਸਿਆ ਕਿ ਮੈਂ ਉਹੀ ਭਿਖਾਰੀ ਮੁੰਡਾ ਹਾਂ ਜਿਸ ਨੂੰ ਕਈ ਸਾਲ ਪਹਿਲਾਂ ਤੁਸੀਂ 1 ਰੁਪਇਆ ਦਿੱਤਾ ਸੀ। ਹਾਂ ਹਾਂ, ਨੌਜਵਾਨ ਨੇ ਵਿਦਿਆਸਾਗਰ ਜੀ ਨੂੰ ਕੀ ਦੇਣਾ ਚਾਹਿਆ? ਨੌਜਵਾਨ ਨੇ ਵਿਦਿਆਸਾਗਰ ਜੀ ਨੂੰ 1000 ਰੁਪਇਆ ਦੇਣਾ ਚਾਹਿਆ। ਕੱਕਾ, ਵਿਦਿਆਸਾਗਰ ਜੀ ਨੇ ਰੁਪਏ ਕੀ ਕਹਿ ਕੇ ਵਾਪਸ ਕਰ ਦਿੱਤੇ? ਉਹਨਾਂ ਨੇ ਕਿਹਾ ਕਿ ਇਹਨਾਂ ਰੁਪਈਆਂ ਨਾਲ ਉਹ ਕਿਸੇ ਲੋੜਵੰਦ ਦੀ ਮਦਦ ਕਰੇ। ਚੌਥਾ ਪ੍ਰਸ਼ਨ ਹੈ, ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ। ਊੜਾ, ਮਿਹਨਤ, ਜਿਹਦਾ ਮਤਲਬ ਹੈ ਬਹੁਤ ਕੰਮ ਕਰਨਾ। ਆਪਾਂ ਲਿਖ ਸਕਦੇ ਹਾਂ ਮਿਹਨਤ ਦਾ ਫਲ ਮਿੱਠਾ ਹੁੰਦਾ ਹੈ, ਜਾਂ ਉਸਨੇ ਦਿਨ ਰਾਤ ਮਿਹਨਤ ਕੀਤੀ ਤੇ ਉਹ ਪਾਸ ਹੋ ਗਿਆ। ਜਾਂ ਤੁਸੀਂ ਲਿਖ ਸਕਦੇ ਹੋ ਐੜਾ, ਮਿਹਰਬਾਨੀ, ਜਿਹਦਾ ਮਤਲਬ ਹੈ ਕਿਰਪਾ। ਆਪਾਂ ਲਿਖ ਸਕਦੇ ਹਾਂ ਮਿਹਰਬਾਨੀ ਕਰਕੇ ਮੈਨੂੰ 1 ਦਿਨ ਦੀ ਛੁੱਟੀ ਦੇ ਦਿਓ, ਜਾਂ ਮਿਹਰਬਾਨੀ ਕਰਕੇ ਮੈਨੂੰ 10 ਰੁਪਏ ਉਧਾਰ ਦੇ ਦਿਓ। ਜਾਂ ਤੁਸੀਂ ਲਿਖ ਸਕਦੇ ਹੋ ਈੜੀ, ਲੋੜਵੰਦ, ਜਿਹਦਾ ਮਤਲਬ ਹੈ ਜਿਸ ਨੂੰ ਜ਼ਰੂਰਤ ਹੋਵੇ। ਸਾਨੂੰ ਹਰ ਸਮੇਂ ਲੋੜਵੰਦਾਂ ਦੀ ਸਹਾਇਤਾ ਲਈ ਤਿਆਰ ਰਹਿਣਾ ਚਾਹੀਦਾ ਹੈ, ਜਾਂ ਫਿਰ ਸਾਨੂੰ ਲੋੜਵੰਦਾਂ ਦੀ ਮਦਦ ਕਰਨੀ ਚਾਹੀਦੀ ਹੈ।
ਜਾਂ ਤੁਸੀਂ ਲਿਖ ਸਕਦੇ ਹੋ ਸੱਸਾ ਸਹਾਇਤਾ ਮਤਲਬ ਮਦਦ ਆਪਾਂ ਲਿਖ ਸਕਦੇ ਹਾਂ ਪਿੰਗਲਵਾੜਾ ਲੋਕਾਂ ਦੀ ਸਹਾਇਤਾ ਨਾਲ ਚੱਲਦਾ ਹੈ ਜਾਂ ਫਿਰ ਸਾਨੂੰ ਆਪਣੇ ਮਾਤਾ ਪਿਤਾ ਨਾਲ ਕੰਮ ਵਿੱਚ ਸਹਾਇਤਾ ਕਰਨੀ ਚਾਹੀਦੀ ਹੈ। ਜਾਂ ਆਪਾਂ ਲਿਖ ਸਕਦੇ ਹਾਂ ਹਾਹਾ ਰੋਸ਼ਨ ਜਿਹਦਾ ਮਤਲਬ ਚਮਕਾਉਣਾ ਆਪਾਂ ਲਿਖ ਸਕਦੇ ਹਾਂ ਸਾਨੂੰ ਮਿਹਨਤ ਨਾਲ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰਨਾ ਚਾਹੀਦਾ ਹੈ ਜਾਂ ਫਿਰ ਉਸਨੇ ਉੱਚੀ ਪੜ੍ਹਾਈ ਕਰਕੇ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ। ਜਾਂ ਤੁਸੀਂ ਲਿਖ ਸਕਦੇ ਹੋ पंजवां प्रश्न हेठ लिखे शब्द किसने किसनु कहे ऊड़ा बाबूजी एक पैसा मैं 2 दिना तो कुछ नहीं खाता भिखारी मुंडे ने ईश्वर चंद्र विद्यासागर जी नु कहे। एड़ा जे भला मैं तेनू 4 आने दे दियां फिर विद्यासागर जी ने भिखारी मुंडे नु ईड़ी मेरे चंगे पुत्र इवें ही करी जिवें तू कहा है विद्यासागर जी ने भिखारी मुंडे नु। ससा बाबूजी मेहरबानी करके जरा 1 मिनट ਲਈ ਮੇਰੇ ਨਾਲ ਆਓ ਨੌਜਵਾਨ ਮੁੰਡੇ ਨੇ ਵਿਦਿਆਸਾਗਰ ਜੀ ਨੂੰ ਕਹੇ।
आहा, ये दुकान रुपया तेरी अपनी मेहनत का मुल है, विद्यासागर जी ने नौजवान मुंडे नू कहे। छेवा, विश्राम चिन्ह लाओ। मुंडा जरा खिज गया डंडी, कहन लगा कौमा, कौमे शुरू, बाबूजी कौमा, क्यों मखौल करदे हो? प्रश्न चिन्ह, जे मैनू गरीब नू कुछ देना नहीं ता मेरी गरीबी दा मखौल ता ना उड़ाओ। डंडी ते कौमे बंद। सतवां, ਬੱਚਿਓ ਜੇਕਰ ਤੁਹਾਨੂੰ 100 ਰੁਪਏ ਦੇ ਦਿੱਤੇ ਜਾਣ ਤਾਂ ਤੁਸੀਂ ਉਹਨਾਂ ਦਾ ਕੀ ਕਰੋਗੇ? ਲਿਖੋ ਜਾਂ ਦੱਸੋ। ਮੈਂ ਇਹਨਾਂ ਪੈਸਿਆਂ ਨਾਲ ਫਲਾਂ ਵਾਲੇ ਬੂਟੇ ਖਰੀਦਾਂਗਾ, ਫਿਰ ਮੈਂ ਉਹਨਾਂ ਦੀ ਵੱਡੇ ਹੋਣ ਤੱਕ ਦੇਖਭਾਲ ਕਰਾਂਗਾ। ਜਦੋਂ ਉਹ ਵੱਡੇ ਰੁੱਖ ਬਣ ਜਾਣਗੇ ਤਾਂ ਫਲ ਦੇਣਗੇ। ਮੈਂ ਤੇ ਮੇਰਾ ਪਰਿਵਾਰ ਫਲ ਖਾਵੇਗਾ ਅਤੇ ਵੇਚੇਗਾ। ਇਸ ਨਾਲ ਸਾਨੂੰ ਆਮਦਨ ਵੀ ਹੋਵੇਗੀ। ਇਸ ਤੋਂ ਘਰ ਦੀ ਲੋੜ ਜੋਗਾ ਬਾਲਣ ਵੀ ਮਿਲ ਜਾਵੇਗਾ। ਆਓ ਇਹਨੂੰ ਲਿਖ ਲਈਏ। ਤੇ ਬੱਚਿਓ, ਇਹ ਸੀ ਅੱਜ ਦੀ ਕਲਾਸ। ਮੈਂ ਉਮੀਦ ਕਰਦੀ ਹਾਂ ਤੁਹਾਨੂੰ ਵਧੀਆ ਲੱਗੀ ਹੋਵੇਗੀ। ਹੁਣ ਆਪਾਂ ਅਗਲੀ ਕਲਾਸ 'ਚ ਮਿਲਾਂਗੇ। ਤਦ ਤੱਕ ਤੁਸੀਂ ਆਪਣਾ ਧਿਆਨ ਰੱਖਿਓ। ਸਤਿ ਸ਼੍ਰੀ ਅਕਾਲ।